ਹੈਲੋ ਸਟੂਡੈਂਟਸ, ਲਾਸਟ ਲੈਕਚਰ ਦੇ ਵਿੱਚ ਅਸੀਂ ਡਿਸਕਸ ਕਰ ਰਹੇ ਸੀ ਕਿ ਸੋਲੋਨੋਇਡ ਕੀ ਹੁੰਦੀ ਹੈ। ਤੇ ਮੈਂ ਉੱਥੇ ਤੁਹਾਨੂੰ ਦੱਸਿਆ ਸੀ ਕਿ ਜਿਹੜੀ ਸੋਲੋਨੋਇਡ ਹੈ, ਪਹਿਲੀ ਗੱਲ ਤਾਂ ਇਸ ਨੂੰ ਪੜ੍ਹਦੇ ਕਿਉਂ ਹੈ, ਤੇ ਦੂਸਰੀ ਗੱਲ ਕਿ ਸੋਲੋਨੋਇਡ ਦੇ ਹੈਲਪ ਦੇ ਨਾਲ ਅਸੀਂ ਯੂਨੀਫਾਰਮ ਮੈਗਨੈਟਿਕ ਫੀਲਡ ਹੈ ਜਿਹੜਾ ਉਹ ਜਨਰੇਟ ਕਰ ਸਕਦੇ ਹਾਂ। ਹੁਣ ਅੱਜ ਅਸੀਂ ਕੀ ਕਰਨਾ ਹੈ, ਅੱਜ ਕੈਲਕੂਲੇਟ ਕਰਨਾ ਹੈ ਉਹੀ ਮੈਗਨੈਟਿਕ ਫੀਲਡ ਦੀ ਵੈਲਿਊ ਯੂਜ਼ਿੰਗ ਐਂਪੀਅਰਸ ਲੋ, ਜਿਹੜੀ ਕਿ ਅਸੀਂ ਦੱਸਿਆ ਸੀ ਕਿ ਇੱਕ ਸੋਲੋਨੋਇਡ ਹੈ ਉਸਨੂੰ ਕਿਉਂ ਸਟੱਡੀ ਕਰਦੇ ਹਾਂ, ਕਿਉਂਕਿ ਹਮੇਸ਼ਾ ਅਸੀਂ ਇਹ ਗੱਲ ਕਰਦੇ ਹਾਂ ਕਿ ਇੱਕ ਸਪੇਸ ਲਓ ਜਿਸ ਦੇ ਵਿੱਚ ਮੈਗਨੈਟਿਕ ਫੀਲਡ ਹੈ ਜਿਹੜਾ ਯੂਨੀਫਾਰਮ ਹੈ। ਤਾਂ ਉਹ ਯੂਨੀਫਾਰਮ ਮੈਗਨੈਟਿਕ ਫੀਲਡ ਕਿੱਥੋਂ ਆਏਗਾ, ਉਸਨੂੰ ਜਨਰੇਟ ਕਰਨ ਦੇ ਲਈ ਜੋ ਅਸੀਂ ਯੂਜ਼ ਕਰਦੇ ਹਾਂ ਇੰਸਟਰੂਮੈਂਟ, ਉਹਨੂੰ ਅਸੀਂ ਕੀ ਕਹਿੰਦੇ ਹਾਂ, ਸੋਲੋਨੋਇਡ। ਤੇ ਉਹਦੇ ਬਾਰੇ ਅਸੀਂ ਡਿਸਕਸ ਕੀਤਾ ਸੀ ਆਪਣੇ ਲਾਸਟ ਲੈਕਚਰ ਦੇ ਵਿੱਚ। ਅੱਜ ਅਸੀਂ ਸਟਾਰਟ ਕਰਾਂਗੇ ਟੌਪਿਕ मैगनेटिक फील्ड इनसाइड आ सोलोनॉइड ते कैलकुलेट करांगे कि कितनी वैल्यू होएगी मैगनेटिक फील्ड दी एक सोलोनॉइड के अंदर। ठीक है, सो मैगनेटिक फील्ड इनसाइड आ सोलोनॉइड, इनसाइड आ सोलोनॉइड। ਤੁਹਾਨੂੰ ਮੈਂ ਲਾਸਟ ਲੈਕਚਰ ਦੇ ਵਿੱਚ ਦੱਸਿਆ ਸੀ ਕਿ ਇੱਕ ਸਿੰਗਲ ਲੂਪ ਦੀ ਵਜ੍ਹਾ ਕਰਕੇ ਜਦੋਂ ਅਸੀਂ ਕਰੰਟ ਫਲੋ ਕਰੀਏ ਤਾਂ ਮੈਗਨੈਟਿਕ ਫੀਲਡ ਹੈ ਜਿਹੜਾ ਉਹ ਨੋਨ ਯੂਨੀਫਾਰਮ ਹੁੰਦਾ ਹੈ। ਬਟ ਜਦੋਂ ਅਸੀਂ ਨੰਬਰ ਆਫ ਟਰਨਸ ਨੂੰ ਇਨਕਰੀਜ਼ ਕਰਦੇ ਹਾਂ, ਮੀਨਸ ਜਦੋਂ ਸੋਲੋਨੋਇਡ ਬਣਦੀ ਹੈ ਤਾਂ ਮੈਗਨੈਟਿਕ ਫੀਲਡ ਹੈ ਜਿਹੜਾ ਇਨਸਾਈਡ ਉਹ ਯੂਨੀਫਾਰਮ ਹੋ ਜਾਂਦਾ ਹੈ। ਕਿਵੇਂ ਹੋ ਜਾਂਦਾ ਹੈ ਉਹ ਅਸੀਂ ਡਿਸਕਸ ਕਰ ਚੁੱਕੇ ਹਾਂ। ਹੁਣ ਜਿੰਨੀ ਜ਼ਿਆਦਾ ਨੰਬਰ ਆਫ ਟਰਨਸ ਇਨਕਰੀਜ਼ ਹੁੰਦੀਆਂ ਜਾਣਗੀਆਂ, ਸੋਲੋਨੋਇਡ ਦੀ ਜਿਹੜੀ ਲੈਂਥ ਹੈ ਉਹ ਇਨਕਰੀਜ਼ ਹੁੰਦੀ ਜਾਏਗੀ। ਜਦੋਂ ਸੋਲੋਨੋਇਡ ਦੀ ਜਿਹੜੀ ਲੈਂਥ ਹੈ ਉਹ ਇੰਨੀ ਜ਼ਿਆਦਾ ਹੋਏ ਐਜ਼ ਕਿ ਡਾਇਆਮੀਟਰ ਉਸਦੇ ਕੰਪੇਅਰੇਬਲ ਆਲਮੋਸਟ ਨਿਗਲੀਜੀਬਲ ਹੋਏ, ਉਸ ਟਾਈਮ 'ਤੇ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਮੈਗਨੈਟਿਕ ਫੀਲਡ ਹੈ ਇਨਸਾਈਡ ਦਾ ਸੋਲੋਨੋਇਡ ਉਹ ਯੂਨੀਫਾਰਮ ਹੈ ਤੇ ਆਊਟਸਾਈਡ ਦਾ ਸੋਲੋਨੋਇਡ ਆਲਮੋਸਟ ਜ਼ੀਰੋ ਹੈ। ਠੀਕ ਹੈ, ਇਸ ਚੀਜ਼ ਨੂੰ ਹਮੇਸ਼ਾ ਧਿਆਨ ਰੱਖਣਾ। ਇੱਕ ਆਈਡੀਅਲ ਸੋਲੋਨੋਇਡ ਦੇ ਕੇਸ ਦੇ ਵਿੱਚ ਨੰਬਰ ਆਫ ਟਰਨਸ ਹੈ ਜਿਹੜੀਆਂ ਉਹ ਇੰਨੀਆਂ ਜ਼ਿਆਦਾ ਹੋ ਜਾਂਦੀਆਂ ਨੇ ਕਿ ਜਿਹੜੀ ਲੈਂਥ ਆਫ ਸੋਲੋਨੋਇਡ ਹੈ ਦੈਟ ਇਜ਼ very large as compared to the diameter of the solenoid। ਉਸ ਕੇਸ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਜਿਹੜਾ ਮੈਗਨੈਟਿਕ ਫੀਲਡ ਹੈ ਇਨਸਾਈਡ ਦਾ ਸੋਲੋਨੋਇਡ that is uniform and outside the solenoid magnetic field is almost zero। ਤੇ ਅੱਜ ਅਸੀਂ ਕੀ ਕੈਲਕੂਲੇਟ ਕਰਨਾ ਹੈ, ਮੈਗਨੈਟਿਕ ਫੀਲਡ ਇਨਸਾਈਡ ਆ ਸੋਲੋਨੋਇਡ ਯੂਜ਼ਿੰਗ ਅੰਪੀਅਰਸ ਲਾਅ। ਤੇ ਅੰਪੀਅਰਸ ਲਾਅ ਦੇ ਵਿੱਚ ਸਾਨੂੰ ਪਤਾ ਹੈ ਇਕੁਏਸ਼ਨ ਕੀ ਹੈ, ਲਾਈਨ ਇੰਟੀਗਰਲ ਆਫ ਮੈਗਨੈਟਿਕ ਫੀਲਡ over a closed path is equal to mu naught time the current enclosed। ਤਾਂ ਕੀ ਕਰਾਂਗੇ ਅਸੀਂ ਪਹਿਲਾਂ ਲੈਫਟ ਹੈਂਡ ਸਾਈਡ ਕੈਲਕੂਲੇਟ ਕਰਾਂਗੇ। ਮੀਨਸ ਪਹਿਲਾਂ ਅਸੀਂ ਕੈਲਕੂਲੇਟ ਕਰਾਂਗੇ ਸੋਲੋਨੋਇਡ ਦੇ ਅੰਦਰ ਜਿਹੜਾ ਅਸੀਂ ਕਲੋਜ਼ਡ ਪਾਥ ਚੂਜ਼ ਕਰਾਂਗੇ ਉਸ ਦਾ ਲਾਈਨ ਇੰਟੀਗਰਲ ਕੈਲਕੂਲੇਟ ਕਰਾਂਗੇ। ਫਿਰ ਅਸੀਂ ਦੇਖਾਂਗੇ ਕਿ ਕਰੰਟ ਐਨਕਲੋਜ਼ਡ ਕਿੰਨਾ ਹੈ ਉਸ ਜਿਹੜਾ ਕਲੋਜ਼ਡ ਪਾਥ ਹੈ ਉਸ ਦੇ ਵਿੱਚ। ਦੋਨਾਂ ਟਰਮਸ ਨੂੰ ਅਸੀਂ ਇਕੁਏਟ ਕਰਾਂਗੇ। ਇਕੁਏਟ ਕਰਕੇ ਸਾਡੇ ਕੋਲ ਕੀ ਆ ਜਾਏਗੀ ਵੈਲਿਊ, ਮੈਗਨੈਟਿਕ ਫੀਲਡ ਇਨਸਾਈਡ ਦਾ ਸੋਲੋਨੋਇਡ ਆ ਜਾਏਗੀ। ਠੀਕ ਹੈ, ਹੁਣ ਕੁਐਸਚਨ ਇਹ ਹੈ ਕਿ ਕਿਵੇਂ ਇਕੁਏਟ ਕਰਨਾ ਹੈ ਤੇ ਕਿਵੇਂ ਉਹ ਪਾਥ ਚੂਜ਼ ਕਰਨਾ ਹੈ। ਉਹਦੇ ਲਈ ਅਸੀਂ ਫਿਰ ਉਹੀ ਆਪਣਾ ਲੂਪ ਯੂਜ਼ ਕਰਾਂਗੇ। ਸੋਲੋਨੋਇਡ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਲੂਪਸ ਹੁੰਦੇ ਨੇ। ਠੀਕ ਹੈ, ਤਾਂ ਜਦੋਂ ਅਸੀਂ ਸੋਲੋਨੋਇਡ ਨੂੰ ਇਸ ਤਰ੍ਹਾਂ ਡਰਾ ਕਰਾਂਗੇ, ਮੀਨਸ ਅਸੀਂ ਰੱਖਾਂਗੇ ਪਲੇਨ ਦੇ ਪਰਪੈਂਡੀਕੂਲਰ, ਉਸ ਕੇਸ ਦੇ ਵਿੱਚ ਕੀ ਹੋਏਗਾ, ਲੋਅਰ ਪਾਰਟ ਦੇ ਵਿੱਚ ਜਿਹੜਾ ਕਰੰਟ ਹੈ ਐਂਟਰ ਕਰ ਰਿਹਾ ਹੈ ਤੇ ਆਊਟਸਾਈਡ ਬਾਹਰ ਆ ਰਿਹਾ ਹੈ। ਠੀਕ ਹੈ, ਤਾਂ ਲਾਸਟ ਡਾਇਗਰਾਮ ਦੇ ਵਿੱਚ ਵੀ ਅਸੀਂ ਡਰਾ ਕੀਤਾ ਸੀ ਕਿ ਜਦੋਂ ਕਰੰਟ ਆਊਟਸਾਈਡ ਆ ਰਿਹਾ ਹੈ ਉਸਨੂੰ ਅਸੀਂ ਡਿਨੋਟ ਕਰ ਰਹੇ ਸੀ ਡਾਟ ਦੇ ਨਾਲ, ਤੇ ਜਿੱਥੇ ਅੰਦਰ ਜਾ ਰਿਹਾ ਸੀ ਉਹਨੂੰ ਡਿਨੋਟ ਕਰ ਰਹੇ ਸੀ ਕ੍ਰਾਸ ਦੇ ਨਾਲ। ਅਗਰ ਹੁਣ ਤੁਸੀਂ ਧਿਆਨ ਨਾਲ ਦੇਖੋ, ਮੈਂ ਇਸ ਤਰ੍ਹਾਂ ਦੇ ਬਹੁਤ ਸਾਰੇ ਲੂਪਸ ਹੈ ਜਿਹੜੇ ਉਹ ਨਾਲ ਨਾਲ ਲਗਾ ਦਾਂ ਤਾਂ ਕੀ ਹੋਏਗਾ, ਇਹ ਲੂਪ ਕਰਕੇ ਮੈਗਨੈਟਿਕ ਫੀਲਡ ਕਰੰਟ ਹੈ ਜਿਹੜਾ ਉਹ ਇਨਵਰਟ ਜਾ ਰਿਹਾ ਹੈ, ਅਪਰ ਪਾਰਟ ਤੋਂ ਬਾਹਰ ਆ ਰਿਹਾ ਹੈ। ਅਬ ਸੇਮ ਹੋਗਾ ਦੂਸਰੇ ਲੂਪ ਦੇ ਲਈ, ਉਸ ਦੇ ਲਈ ਵੀ ਤੁਹਾਨੂੰ ਇਸੇ ਤਰ੍ਹਾਂ ਇੱਕ ਡਾਟ ਨਜ਼ਰ ਆਏਗੀ, ਇੱਕ ਕ੍ਰਾਸ ਨਜ਼ਰ ਆਏਗਾ। ਸੇਮ ਇਜ਼ ਵਿਦ ਅਦਰ ਲੂਪ। ਇਸ ਤਰ੍ਹਾਂ ਦੇ ਤੁਹਾਡੇ ਕੋਲ ਬਹੁਤ ਸਾਰੇ ਲੂਪਸ ਨੇ। ਤਾਂ ਹੋਏਗਾ ਕਿ ਜਦੋਂ ਅਸੀਂ ਇਸ ਨੂੰ 2 ਡਾਇਮੈਂਸ਼ਨ ਵਿਊ ਦੇ ਵਿੱਚ ਲੈ ਕੇ ਆਵਾਂਗੇ ਤਾਂ ਇਸ ਤਰ੍ਹਾਂ ਦਾ ਕੁਝ ਤੁਹਾਨੂੰ ਨਜ਼ਰ ਆਏਗਾ, ਲਾਈਕ ਦਿਸ। ਡਾਟ ਤੇ ਕ੍ਰਾਸ ਇੱਥੇ ਡਿਨੋਟ ਕਰ ਰਹੇ ਨੇ ਡਾਇਰੈਕਸ਼ਨ ਆਫ ਕਰੰਟ। ਠੀਕ ਹੈ, ਲੋਅਰ ਪਾਰਟ ਤੇ ਜਿਹੜਾ ਕਰੰਟ ਹੈ ਉਹ ਇਨਵਰਟ ਜਾ ਰਿਹਾ ਹੈ ਤੇ ਅਪਰ ਪਾਰਟ ਤੇ ਜਿਹੜਾ ਕਰੰਟ ਹੈ
ਉਹ ਆਊਟਸਾਈਡ ਆ ਰਿਹਾ ਹੈ। ਸੋ ਇਹ ਨੰਬਰ ਆਫ ਟਰਨਸ ਨੂੰ ਮੈਂ ਇਸ ਤਰ੍ਹਾਂ ਰਿਪਰੈਜ਼ੈਂਟ ਕੀਤਾ ਹੈ। like this। ठीक, ਹੁਣ ਕੀ ਹੋਏਗਾ, ਅਗਲਾ ਸਟੈਪ ਇਸ ਲੂਪ ਦੇ ਵਿੱਚ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਬਣਾਵਾਂਗੇ। ਸੋ ਮੈਗਨੈਟਿਕ ਫੀਲਡ ਇਸ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ ਹੈ ਲਾਈਕ ਦਿਸ, ਔਰ ਇਹ ਯੂਨੀਫਾਰਮ ਹੈ। ਤਾਂ ਲਾਈਨਸ ਦੀ ਜਿਹੜੀ ਸਪੇਸਿੰਗ ਤੁਸੀਂ ਡਰਾ ਕਰਨੀ ਹੈ ਉਹ ਬਿਲਕੁਲ ਸੇਮ ਹੋਣੀ ਚਾਹੀਦੀ ਹੈ। ਯੂਨੀਫਾਰਮ ਮੈਗਨੈਟਿਕ ਫੀਲਡ ਇਜ਼ ਐਕਟਿੰਗ in this direction। ठीक है, ਹੁਣ ਅਗਲਾ ਸਟੈਪ ਇਹ ਤਾਂ ਹੋ ਗਿਆ ਸਾਡੀ ਸੋਲੋਨੋਇਡ। ਆਈ ਥਿੰਕ ਹੁਣ ਤੁਹਾਨੂੰ ਕਲੀਅਰ ਹੈ ਕਿ ਇਹ ਡਾਟ ਤੇ ਕ੍ਰਾਸ ਕੀ ਰਿਪਰੈਜ਼ੈਂਟ ਕਰ ਰਹੇ ਨੇ। ਇਹ ਸਿੰਪਲੀ ਕੀ ਹੈ, ਜਿੰਨੀਆਂ ਨੰਬਰ ਆਫ ਟਰਨਸ ਅਸੀਂ ਲਿੱਤੀਆਂ ਨੇ ਉਹਨਾਂ ਦਾ ਆਹ ਵਿਊ ਹੈ ਇੱਥੋਂ, ਕਿਉਂਕਿ ਤੁਹਾਨੂੰ ਇਹ ਸਿੰਪਲੀ ਇੱਕ ਲਾਈਨ ਨਜ਼ਰ ਆ ਰਹੀ ਹੈ। ਠੀਕ ਹੈ, ਇਸ ਤਰ੍ਹਾਂ ਦੇ ਬਹੁਤ ਸਾਰੇ ਲੂਪਸ ਨੇ ਜਿਹੜੇ ਕਲੋਜ਼ਲੀ ਸਪੇਸਡ ਨੇ, ਉਹਨਾਂ ਦਾ ਬਸ ਇੱਕ ਆਹ ਟੌਪ ਵਿਊ ਸਾਈਡ ਵਿਊ ਅਸੀਂ ਤੁਹਾਨੂੰ ਦਿਖਾਇਆ ਹੈ। ਠੀਕ ਹੈ, ਹੁਣ ਅਗਲਾ ਸਟੈਪ ਕੀ ਹੈ, ਅਗਲਾ ਸਟੈਪ ਹੈ ਕਿ ਸਾਡੇ ਕੋਲ ਇੱਕ ਮੈਗਨੈਟਿਕ ਫੀਲਡ ਰੀਜਨ ਆ ਗਿਆ ਜਿਹਦੇ ਲਈ ਅਸੀਂ ਜਿਹਦੇ ਉੱਪਰ ਅਸੀਂ ਐਂਪੀਅਰਸ ਲਾਅ ਨੂੰ ਅਪਲਾਈ ਕਰਨਾ ਹੈ। ਠੀਕ ਹੈ, ਸੋ ਐਂਪੀਅਰਸ ਲਾਅ ਨੂੰ ਅਪਲਾਈ ਕਰਨ ਦੇ ਲਈ ਤੁਹਾਨੂੰ ਕੀ ਕਰਨਾ ਪਏਗਾ, ਜਨਰਲ ਦੀ ਗੱਲ ਹੈ, ਤੁਹਾਨੂੰ ਇੱਕ ਕਲੋਜ਼ਡ ਲੂਪ ਲੈਣਾ ਪਏਗਾ। ਠੀਕ ਹੈ, ਹੁਣ ਕਲੋਜ਼ਡ ਲੂਪ ਅਸੀਂ ਸਰਕਲ ਵੀ ਲੈ ਸਕਦੇ ਹਾਂ, ਕੋਈ ਆਰਬਿਟਰਰੀ ਸ਼ੇਪ ਵੀ ਲੈ ਸਕਦੇ ਹਾਂ, ਕੁਝ ਵੀ ਲੈ ਸਕਦੇ ਹਾਂ। ਤਾਂ ਹੁਣ ਪਤਾ ਕਿਸ ਤਰ੍ਹਾਂ ਚੱਲੇਗਾ ਕਿ ਕਿਹੜਾ ਪਾਥ ਲੈਣਾ ਹੈ। ਠੀਕ ਹੈ, ਕਿਵੇਂ ਲੈਣਾ ਹੈ, ਕਿਉਂਕਿ ਅਗਰ ਤੁਸੀਂ ਜਿਹੜਾ ਪਾਥ ਹੈ ਉਹ ਸਹੀ ਚੂਜ਼ ਨਾ ਕੀਤਾ ਤਾਂ ਐਂਪੀਅਰਸ ਲਾਅ ਨੂੰ ਯੂਜ਼ ਕਰਨਾ ਬਹੁਤ ਡਿਫਿਕਲਟ ਹੋ ਜਾਏਗਾ, ਕਿਉਂਕਿ ਇੰਟੀਗਰਲ ਸੋਲਵ ਨਹੀਂ ਹੋਏਗਾ। ਫॉर ਐਗਜ਼ਾਮਪਲ ਤੁਸੀਂ ਸਪੋਜ਼ ਆਹ ਸਰਕਲ ਲੈ ਲਓ, ਇਸ ਨੂੰ ਤੁਸੀਂ ਕਲੋਜ਼ਡ ਪਾਥ ਲੈ ਲਿਆ, ਤਾਂ ਕੀ ਕਰਨਾ ਪਏਗਾ, ਮੈਗਨੈਟਿਕ ਫੀਲਡ ਕੈਲਕੂਲੇਟ ਕਰਨ ਦੇ ਲਈ ਤੁਹਾਨੂੰ ਇਸ ਸਰਕਲ ਨੂੰ ਛੋਟੇ ਛੋਟੇ ਪਾਰਟਸ ਦੇ ਵਿੱਚ ਡਿਵਾਈਡ ਕਰਨਾ ਪਏਗਾ। ਜਿਵੇਂ ਅਗਰ ਤੁਹਾਨੂੰ ਯਾਦ ਹੋਏ ਪਿਛਲੇ ਕੁਝ ਲੈਕਚਰਸ ਪਹਿਲਾਂ ਜਦੋਂ ਮੈਂ ਐਂਪੀਅਰਸ ਲਾਅ ਸਟਾਰਟ ਕਰਵਾਇਆ ਸੀ, ਉੱਥੇ ਤੁਹਾਨੂੰ ਦੱਸਿਆ ਸੀ ਕਿ ਇਸ ਤਰ੍ਹਾਂ ਦਾ ਕੋਈ ਆਰਬਿਟਰਰੀ ਪਾਥ ਹੈ ਜਿਸ ਦੇ ਵਿੱਚ ਪਨਿਸ਼ਮੈਂਟ ਮਿਲੀ ਹੋਈ ਹੈ ਬੱਚੇ ਨੂੰ, ਤੇ ਉਸਨੇ ਕੀ ਕਰਨਾ ਹੈ, ਦੱਸਣਾ ਹੈ ਕਿ ਹਰ ਇੱਕ ਸਟੈਪ ਦੇ ਵਿੱਚ ਕਿੰਨਾ ਮੈਗਨੈਟਿਕ ਫੀਲਡ ਜਿਹੜਾ ਹੈ ਉਹ ਲੱਗ ਰਿਹਾ ਹੈ। ਤਾਂ ਥੀਟਾ ਚੂਜ਼ ਕੀਤਾ ਸੀ, ਆਹ ਡਾਇਰੈਕਸ਼ਨ ਸੀ ਮੈਗਨੈਟਿਕ ਫੀਲਡ ਦੀ, ਆਹ ਡਾਇਰੈਕਸ਼ਨ ਸੀ ਉਸਦੇ ਡਿਸਪਲੇਸਮੈਂਟ ਵੈਕਟਰ ਦੀ। ਠੀਕ ਹੈ, ਤਾਂ ਜਦੋਂ ਅਸੀਂ ਇੱਥੇ ਸਰਕਲ ਨੂੰ ਚੂਜ਼ ਕਰ ਲਿਆ ਤਾਂ ਕੀ ਕਰਨਾ ਪਏਗਾ, ਇਸ ਸਰਕਲ ਨੂੰ ਸਮਾਲ ਪਾਰਟਸ ਦੇ ਵਿੱਚ ਡਿਵਾਈਡ ਕਰਨਾ ਪਏਗਾ। ਹਰ ਇੱਕ ਪਾਰਟ ਦੇ ਲਈ ਤੁਹਾਨੂੰ ਜਿਹੜਾ ਮੈਗਨੈਟਿਕ ਫੀਲਡ ਹੈ ਉਹ ਇਸ ਡਾਇਰੈਕਸ਼ਨ 'ਚ ਲੱਗ ਰਿਹਾ ਹੈ, ਤਾਂ ਹਰ ਇੱਕ ਪਾਰਟ ਦੇ ਲਈ ਤੁਹਾਨੂੰ ਡਿਸਪਲੇਸਮੈਂਟ ਵੈਕਟਰ ਲੈ ਕੇ ਉਸਨੂੰ ਸੋਲਵ ਕਰਨਾ ਪਏਗਾ। ਠੀਕ ਹੈ, ਔਰ ਇਹ ਇੰਨਾ ਈਜ਼ੀ ਨਹੀਂ ਹੋਏਗਾ ਕਿਉਂਕਿ ਹਰ ਇੱਕ ਪਾਰਟ ਨੂੰ ਤੋੜਨਾ ਪਹਿਲਾਂ, ਦੈਨ ਉਸਦੇ ਲਈ ਟੋਟਲ ਮੈਗਨੈਟਿਕ ਫੀਲਡ ਕੈਲਕੂਲੇਟ ਕਰਨਾ, ਇਟਸ ਅ ਟੀਡੀਅਸ ਜੌਬ। ਠੀਕ, ਸੋ ਇੱਥੇ ਅਸੀਂ ਸਰਕਲ ਨਹੀਂ ਚੂਜ਼ ਕਰਾਂਗੇ। ਅਗਰ ਹੁਣ ਤੁਹਾਨੂੰ ਯਾਦ ਹੋਏ, ਮੈंने ਆਪਣੇ ਲਾਸਟ ਲੈਕਚਰ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਕਿ ਅਸੀਂ ਕੁਝ ਇਸ ਤਰ੍ਹਾਂ ਦਾ ਪਾਥ ਚੂਜ਼ ਕਰਨਾ ਹੈ। ਦੋ ਟ੍ਰਿਕਸ ਮੈਂ ਤੁਹਾਨੂੰ ਦੱਸਿਆ ਸੀ, ਇੰਪੋਰਟੈਂਟ ਪੁਆਇੰਟਸ ਦੱਸੇ ਸੀ। ਕੀ ਸੀ ਕਿ ਇਸ ਤਰ੍ਹਾਂ ਦਾ ਕੋਈ ਪਾਥ ਚੂਜ਼ ਕਰੋ ਜਿਸ ਦੇ ਵਿੱਚ ਜਿਹੜਾ ਪਾਥ ਹੈ ਉਹਦੀ ਡਾਇਰੈਕਸ਼ਨ ਜਿਹੜੀ ਮੈਗਨੈਟਿਕ ਫੀਲਡ ਦੇ ਜਾਂ ਤਾਂ ਪੈਰਲਲ ਹੋਏ ਜਾਂ ਪਰਪੈਂਡੀਕੂਲਰ ਹੋਏ ਜਾਂ ਦੋਨੋਂ ਹੋਣ। ਠੀਕ ਹੈ, ਸੋ ਇੱਥੇ ਅਸੀਂ ਕੁਝ ਇਸੇ ਤਰ੍ਹਾਂ ਦਾ ਪਾਥ ਚੂਜ਼ ਕਰਾਂਗੇ ਜਿਹਦੇ ਲਈ ਜਿਹੜੀ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਹੈ ਉਹ ਕੁਝ ਟਾਈਮ ਪਰਪੈਂਡੀਕੂਲਰ ਰਹੇਗੀ, ਕੁਝ ਟਾਈਮ ਪੈਰਲਲ ਰਹੇਗੀ। ਠੀਕ ਹੈ, ਸੋ ਸਪੋਜ਼ ਕਰੋ ਅਸੀਂ ਜਿਹੜਾ ਕਲੋਜ਼ਡ ਪਾਥ ਹੈ ਉਹ ਚੂਜ਼ ਕੀਤਾ ਇੱਕ ਰੈਕਟੈਂਗਲ ਸ਼ੇਪ ਦਾ, ਲਾਈਕ ਦਿਸ। ਠੀਕ ਹੈ, ਜਦੋਂ ਇਹ ਰੈਕਟੈਂਗਲ ਸ਼ੇਪ ਹੈ, ਇਹ ਸਾਈਡ ਹੈ A, ਪੁਆਇੰਟ B C D, B C D, ਤੇ ਇਸ ਡਾਇਰੈਕਸ਼ਨ ਦੇ ਵਿੱਚ ਇਸਦੇ ਕਰੰਟ ਫਲੋ ਹੋ ਰਿਹਾ ਹੈ ਤੇ ਲੈਂਥ ਕਿੰਨੀ ਹੈ L। ਠੀਕ, ਹੁਣ ਅਸੀਂ ਕੀ ਕਰਾਂਗੇ, ਇਸ ਪਾਥ ਨੂੰ ਸਪਲਿਟ ਕਰਾਂਗੇ ਇੰਟੀਗਰਲਸ ਦੇ ਵਿੱਚ, ਡਿਵਾਈਡ ਕਰਾਂਗੇ, ਜਿਵੇਂ A ਤੋਂ B, B ਤੋਂ C, C ਤੋਂ D, D ਤੋਂ A। ਜਦੋਂ ਅਸੀਂ ਇਹਨਾਂ ਨੂੰ ਡਿਵਾਈਡ ਕੀਤਾ ਤਾਂ ਅਸੀਂ ਕੈਲਕੂਲੇਟ ਕਰਾਂਗੇ ਲੈਫਟ ਹੈਂਡ ਸਾਈਡ ਕਿ ਕਿੰਨਾ ਮੈਗਨੈਟਿਕ ਫੀਲਡ ਹੈ ਜਿਹੜਾ ਉਹ ਜਨਰੇਟ ਹੋਇਆ। ਉਸ ਤੋਂ ਬਾਅਦ ਅਸੀਂ ਕੀ ਕੈਲਕੂਲੇਟ ਕਰਾਂਗੇ ਕਿ ਜਿਹੜਾ ਇਹ ਕਲੋਜ਼ਡ ਪਾਥ ਹੈ
ਇਸ ਦੇ ਵਿੱਚੋਂ ਕਿੰਨਾ ਕਰੰਟ ਹੈ ਜਿਹੜਾ ਉਹ ਇਨਕਲੋਜ਼ ਹੋ ਰਿਹਾ ਹੈ। ਬਟ ਇੱਕ ਚੀਜ਼ ਤੁਸੀਂ ਇੱਥੇ ਨੋਟਿਸ ਕਰੋ ਕਿ ਅਸੀਂ ਜਿਹੜਾ ਇਹ ਪਾਥ ਬਣਾਇਆ ਹੈ ਇਹ ਸੋਲੋਨੋਇਡ ਦੇ ਬਾਹਰ ਵੀ ਬਣਾਇਆ ਹੈ ਤਾਂ ਕਿ ਜਿਹੜੇ ਕਰੰਟ ਹੈ ਉਹਨਾਂ ਨੂੰ ਅਸੀਂ ਵਿੱਚ ਇਨਕਲੂਡ ਕਰ ਸਕੀਏ, ਠੀਕ ਹੈ। ਬਟ ਇੱਕ ਥੋੜਾ ਹੋਮਵਰਕ ਇਹ ਹੈ ਕੁਐਸਚਨ ਜਿਹਨੂੰ ਤੁਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰੋ, why not we have done this for the other side, ਦੂਸਰੀ ਸਾਈਡ ਦੇ ਲਈ ਅਸੀਂ ਇਸ ਨੂੰ ਕਿਉਂ ਡਰਾ ਨਹੀਂ ਕੀਤਾ, ਉਹਦੇ ਬਾਰੇ ਤੁਹਾਨੂੰ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਤੁਹਾਡਾ ਹੋਮਵਰਕ ਦਾ ਕੁਐਸਚਨ ਹੈ ਕਿ ਅਸੀਂ ਇਹੀ ਚੀਜ਼ ਦੂਸਰੀ ਸਾਈਡ ਤੇ ਕਿਉਂ ਨਹੀਂ ਬਣਾਈ, ਠੀਕ ਹੈ। ਸੋ ਇਸ ਕੁਐਸਚਨ ਨੂੰ ਟਰਾਈ ਕਰਿਓ ਆਨਸਰ ਕਰਨ ਦੇ ਲਈ ਤਾਂ ਕਿ ਜੋ ਨਾ ਮੈਂ ਤੁਹਾਨੂੰ ਪੜਾਇਆ ਹੈ ਮੈਨੂੰ ਪਤਾ ਲੱਗ ਸਕੇ ਕਿ ਕੀ ਤੁਹਾਨੂੰ ਸਮਝ ਆਇਆ ਹੈ ਜਾਂ ਨਹੀਂ। ਇਸ ਕੁਐਸਚਨ ਦਾ ਆਨਸਰ ਕਰਨ ਦੀ ਕੋਸ਼ਿਸ਼ ਕਰਨਾ ਔਰ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, ਤੁਹਾਨੂੰ ਆਪਣੀ ਨੌਲੇਜ ਚੈੱਕ ਕਰਨ ਦੇ ਲਈ ਹੈਲਪ ਕਰੇਗਾ। ਸੋ ਅਗਲਾ ਸਟੈਪ ਦੇਖਦੇ ਹਾਂ, ਇਸ ਇੰਟੀਗਰਲ ਨੂੰ ਲਾਈਨ ਇੰਟੀਗਰਲ ਆਫ ਮੈਗਨੈਟਿਕ ਫੀਲਡ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਲੋਜ਼ਡ ਪਾਥ ਨੂੰ ਅਸੀਂ ਬ੍ਰੇਕ ਕਰ ਲਿਆ ਚਾਰ ਪਾਰਟਸ ਦੇ ਵਿੱਚ। ਫਰਸਟ ਹੈ a to b b vector dot dl plus b to c b dot dl plus c to d b dot dl plus d to a b dot dl। ਇਸ ਤਰ੍ਹਾਂ ਅਸੀਂ ਇਸ ਨੂੰ ਚਾਰ ਇੰਟੀਗਰਲਸ ਦੇ ਵਿੱਚ ਡਿਵਾਈਡ ਕਰ ਲਿਆ। ਹੁਣ ਅਗਰ ਤੁਸੀਂ ਧਿਆਨ ਨਾਲ ਨੋਟਿਸ ਕਰੋ ਤਾਂ ਕੀ ਹੈ, ਜਿਹੜਾ BC ਤੇ DA ਪਾਰਟ ਹੈ ਮੀਨਸ B ਤੋਂ C ਐਂਡ D ਤੋਂ A ਪਾਰਟ ਹੈ ਜਿਹੜਾ, ਇਸ ਦੇ ਵਿੱਚ ਜਿਹੜਾ ਮੈਗਨੈਟਿਕ ਫੀਲਡ ਹੈ ਤੇ ਜਿਹੜੀ DL ਵੈਕਟਰ ਹੈ ਦੋਨਾਂ ਦੇ ਵਿੱਚ ਐਂਗਲ ਕਿੰਨਾ ਬਣ ਰਿਹਾ ਹੈ 90 ਡਿਗਰੀ ਦਾ। ਮੀਨਸ B to C and D to A, B vector and DL vector are perpendicular to each other. So ਅਸੀਂ first trick use ਕਰਾਂਗੇ for path B to C and D to A, B vector and DL vector are perpendicular to each other, ਜਦੋਂ ਇਹ perpendicular ਨੇ ਤਾਂ ਕੀ ਹੋਏਗਾ ਐਂਗਲ 90 ਡਿਗਰੀ। ਸੋ B vector dot DL vector ਕੀ ਹੋ ਜਾਏਗਾ B DL cos 90 ਡਿਗਰੀ ਤੇ cos 90 ਕਿੰਨਾ ਹੁੰਦਾ ਹੈ 0। ਸੋ ਇਹ ਵੀ 0 ਹੋ ਜਾਏਗਾ ਔਰ ਇਹ ਵਾਲਾ ਪਾर्ट ਵੀ 0 ਹੋ ਜਾਏਗਾ, ਠੀਕ ਹੈ। ਹੁਣ ਅਸੀਂ ਗੱਲ ਕਰਦੇ ਹਾਂ C to D ਪਾर्ट ਦੀ। ਤੁਸੀਂ ਅਗਰ ਨੋਟਿਸ ਕਰੋ ਤਾਂ C to D ਪਾर्ट ਦੇ ਵਿੱਚ ਕੋਈ ਵੀ ਮੈਗਨੈਟਿਕ ਫੀਲਡ ਨਹੀਂ ਹੈ, ਠੀਕ ਹੈ। ਸੋ ਅਗਰ ਮੈਗਨੈਟਿਕ ਫੀਲਡ ਨਹੀਂ ਹੈ that means ਜਿਹੜੀ B ਹੈ that is equal to 0। ਸੋ ਚਾਰ ਦੇ ਵਿੱਚੋਂ ਤਿੰਨ ਪਾਥਸ ਨੇ ਜਿਹੜੇ ਉਹਨਾਂ ਦਾ ਇੰਟੀਗਰਲ ਕਿੰਨਾ ਹੋ ਗਿਆ 0। ਸੋ what we have to calculate, we have to calculate only for A to B path, means ਅਸੀਂ ਸਿਰਫ ਕਿਹੜਾ ਇੰਟੀਗਰਲ ਸੋਲਵ ਕਰਨਾ ਹੈ ਜਿਸ ਦੇ ਵਿੱਚ A to B path ਦੇ ਲਈ ਤੇ A to B path ਦੇ ਲਈ ਜਿਹੜਾ ਮੈਗਨੈਟਿਕ ਫੀਲਡ ਹੈ ਤੇ DL ਵੈਕਟਰ ਹੈ ਦੋਨਾਂ ਦੀ ਡਾਇਰੈਕਸ਼ਨ ਕੀ ਹੈ ਸੇਮ ਹੈ। ਸੋ ਇੱਥੇ ਟ੍ਰਿਕਸ ਦੇ ਯੂਜ਼ ਕਰਨ ਦੇ ਨਾਲ ਕੀ ਹੋਇਆ, ਦੋ ਇੰਟੀਗਰਲ ਆਪਣੇ ਆਪ 0 ਹੋ ਗਏ ਤੇ ਤੀਸਰੇ ਦੇ ਵਿੱਚ ਕੋਈ ਮੈਗਨੈਟਿਕ ਫੀਲਡ ਨਹੀਂ ਸੀ ਉਹ ਵੀ 0 ਹੋ ਗਿਆ। ਸੋ ਥੋੜਾ ਕੰਮ ਈਜ਼ੀ ਹੋ ਗਿਆ। ਇਹੀ ਤਰੀਕਾ ਹੈ ਐਂਪੀਅਰਸ ਲਾਅ ਨੂੰ ਯੂਜ਼ਫੁਲ ਬਣਾਉਣ ਦਾ। ਤਾਂ ਐਂਪੀਅਰ ਲਾਅ ਉਦੋਂ ਹੀ ਯੂਜ਼ਫੁਲ ਹੁੰਦਾ ਹੈ ਜਦੋਂ ਜਿਹੜਾ ਕਲੋਜ਼ ਪਾਥ ਤੁਸੀਂ ਚੂਜ਼ ਕਰ ਰਹੇ ਹੋ ਉਹ ਐਪਰੋਪਰੀਏਟ ਹੈ। ਅਗਰ ਤੁਸੀਂ ਪਾਥ ਗਲਤ ਚੂਜ਼ ਕਰ ਲਿਆ ਤਾਂ ਇਹ ਵੀ ਹੋ ਸਕਦਾ ਹੈ ਕਿ ਐਂਪੀਅਰਸ ਲਾਅ ਸੋਲਵ ਕਰਨਾ ਪੋਸੀਬਲ ਹੀ ਨਾ ਹੋ ਸਕੇ। ਕਲੀਅਰ। ਸੋ ਬਾਕੀ ਪਾर्ट मैं रब कर रही हाँ क्योंकि तीनों इंटीग्रल की हो गए 0। तो साढ़े को जिहड़ा लाइन इंटीग्रल है क्लोज्ड पाथ का वो किसदे इक्वल रह गया है, सिर्फ a to b b dot dl vector, for others it will become 0। ठीक। सो अगला स्टेप है ਅਸੀਂ कैलकुलेट करांगे इस b dot dl ਨੂੰ। ਹੁਣ डायग्राम ਦੇ ਵਿੱਚ देखो ਜਿਹੜਾ a ਤੋਂ b है इस दे विच मैग्नेटिक फील्ड ਤੇ DL ਵੈਕਟਰ ਦੇ ਵਿੱਚ ਜਿਹੜਾ ਐਂਗਲ ਬਣ ਰਿਹਾ ਹੈ that angle is 0 degree। so A to B B
dl cos 0, cos 0 कितना ਹੁੰਦਾ है 1, सो इंटीग्रल की बन जाएगा a to b b dl। ਹੁਣ ਇਸ ਨੂੰ ਸੋਲਵ ਕਰਨਾ ਹੈ, ਬਹੁਤ ਈਜ਼ੀ ਹੈ। ਜਦੋਂ ਮੈਂ ਲੈਕਚਰ ਸਟਾਰਟ ਕੀਤਾ ਸੀ ਉਦੋਂ ਤੁਹਾਨੂੰ ਦੱਸਿਆ ਸੀ ਜਾਂ ਅਸੀਂ ਪਿਛਲੇ ਲੈਕਚਰ ਦੇ ਵਿੱਚ ਵੀ ਇਹ ਪ੍ਰੂਫ ਕਰ ਚੁੱਕੇ ਹਾਂ ਕਿ ਜਿਹੜੀ ਸੋਲੋਨੋਇਡ ਹੈ ਉਸ ਦੇ ਇਨਸਾਈਡ ਜਿਹੜਾ ਮੈਗਨੈਟਿਕ ਫੀਲਡ ਹੈ ਉਹ ਯੂਨੀਫਾਰਮ ਹੁੰਦਾ ਹੈ। ਠੀਕ ਹੈ, ਕਿਵੇਂ ਕਿ ਅਗਰ ਨੰਬਰ ਆਫ ਟਰਨਸ ਇਨਕਰੀਜ਼ ਕਰ ਦਈਏ ਤੇ ਜਿਹੜੀ ਲੈਂਥ ਆਫ ਸੋਲੋਨੋਇਡ ਹੈ ਉਹ बहुत large है as compared to the diameter of the solenoid, then magnetic field inside the solenoid will become uniform and outside the solenoid it is almost zero। इसे करके जेड़ा साडा इंटीग्रल c to d वो जीरो हो गया सी, क्योंकि असी मेंशन कर रहे हैं कि जेड़ी असी सोलोनॉइड ले रहे हैं that is an ideal solenoid, so magnetic field outside the solenoid is almost zero and inside the solenoid it is uniform। अगर यूनिफॉर्म है इट मीन्स कि जेड़ा हा b है यह इंटीग्रल तो बाहर आ जाएगा, सो इट विल बिकम a to b dl। हुण देखो a to b इंटीग्रल कितना आएगा, लेंथ कितनी है इस लूप की l, सो दिस इंटीग्रल विल बिकम bl। सो इसमें इक्वेशन नंबर 1 देते हैं, मीन्स लाइन इंटीग्रल ऑफ मैग्नेटिक फील्ड की आ गया साडे कोल b into l। क्लियर, सो हाफ लेबर साडी खत्म हो गई। हुण असीं की करना है, हुण असीं नेक्स्ट कैलकुलेट करना है सेकंड राइट हैंड साइड ऑफ एम्पीयर्स लॉ म्यू नॉट इनटू करंट एनक्लोज्ड। ते करंट एनक्लोज्ड कितना होएगा इस क्लोज्ड लूप दे लई वो असीं कैलकुलेट करना है। ठीक है, हुण उस दे लई की है, सब तुहानूं ये पता है कि सोलोनॉइड ਦੀਆਂ ਜਿਹੜੀਆਂ टर्न्स ने उन्हां दे विच आई करंट फ्लो कर रहा है। अगर करंट आई फ्लो कर रहा है दैन जो हो नंबर ऑफ टर्न्स ने जड़ियाँ एल लेंथ है इस क्लोज्ड पाथ दी, अगर सानू ये पता लग जाए कि कितनियां नंबर ऑफ टर्न्स दे विचों वो करंट फ्लो कर रहा है, जी आई करंट फ्लो कर रहा है जिसकी लेंथ एल है, तो साडा परपस सॉल्व हो जाएगा। करंट एनक्लोज्ड कितना होएगा, जिन्नियां नंबर ऑफ टर्न्स आ रही ने उस लेंथ दे विच जिहदे विचों आई करंट फ्लो करेगा। सो असीं की करांगे, उसनूं म्यू नॉट दे नाल मल्टीप्लाई करांगे, मीनस म्यू नॉट इनटू एन नंबर ऑफ टर्न्स जिन्नी लेंथ है, लेंथ कितनी है एल ऑफ क्लोज्ड लूप मल्टीप्लाई बाय करंट, करंट कितना जिन्ना करंट आई करंट फ्लो कर रहा है हर एक टर्न दे विच। तां अगर तुसीं नोटिस करो इस डायग्राम नूं तां हर एक टर्न दे विच जिहड़ी सोलोनॉइड दी हर एक टर्न है ਉਹਦੇ ਵਿੱਚੋਂ कितना करंट फ्लो कर रहा है, आई करंट फ्लो कर रहा है, तो नंबर ऑफ टर्न्स कितनियां ने n ने। ठीक है, लेंथ कितनी है लूप दी l है। सो अगला स्टेप असीं की करांगे, कैलकुलेट, इसनूं याद रखना b into l है। ठीक है, सो लेट n is equal to number of turns of the solenoid। नंबर ऑफ टर्न्स L की है लेंथ ऑफ द क्लोज्ड पाथ, साइड लेंथ ऑफ वन साइड ऑफ द क्लोज्ड पाथ, ये भी कह सकते हैं। ठीक है, ते I की है करंट फ्लोइंग थ्रू each turn of the solenoid। हर एक टर्न दे विचों सोलोनॉइड दी कितना टर्न करंट है जिहड़ा वो फ्लो कर रहा है। सो अगर सानू ये पता लग जाए तां की करांगे, असी करंट एनक्लोज्ड कढ सकते हैं, मीनस कितनी लेंथ असी लीती है क्लोज्ड पाथ दी, उस दे विच कितनियां नंबर ऑफ टर्न्स ने, अगर सानू ये पता लग जान ਅਸੀਂ ਉਸ ਨੂੰ ਮਲਟੀਪਲਾਈ ਕਰਾਂਗੇ ਹਰ ਇੱਕ ਟਰਨ ਦੇ ਵਿੱਚ ਜਿੰਨਾ ਕਰੰਟ ਫਲੋ ਕਰ ਰਿਹਾ ਹੈ ਉਸ ਦੇ ਨਾਲ, ਤਾਂ ਸਾਡੇ ਕੋਲ ਕੀ ਆ ਜਾਏਗਾ ਕਰੰਟ ਐਨਕਲੋਜ਼ਡ। ਸੋ ਰਾਈਟ ਹੈਂਡ ਸਾਈਡ ਕੀ ਹੈ ਇਕੁਏਸ਼ਨ ਦੀ म्यू नॉट इंटू आई करंट एनक्लोज्ड, ਤਾਂ ਇਹਦੇ ਲਈ ਕੀ ਕਰਾਂਗੇ करंट एनक्लोज्ड ਦੇ ਲਈ ਨੰਬਰ ਆਫ ਟਰਨਸ इनटू की लेंथ की है लेंथ
of closed loop into current flowing through each turn. Each turn. ਤਾਂ ਇਹ ਕਿੰਨਾ ਆ ਜਾਏਗਾ n ਨੰਬਰ ਆਫ ਟਰਨਸ ਨੇ, l ਲੈਂਥ ਹੈ ਤੇ i ਕਰੰਟ ਫਲੋ ਕਰ ਰਿਹਾ ਹੈ। ਠੀਕ ਹੈ, ਇਹ ਵੈਲਿਊ ਕਿਸ ਦੀ ਆ ਗਈ, i e ਦੀ, ਤਾਂ ਇਸ ਦੇ ਅੱਗੇ ਲੱਗ ਗਿਆ ਮਿਊ ਨੋਟ ਤੇ ਇਹ ਬਣ ਗਈ ਸਾਡੀ ਸੈਕਿੰਡ ਇਕੁਏਸ਼ਨ। ਹੁਣ ਅਗਲਾ ਸਟੈਪ ਕੀ ਹੈ, ਨੈਕਸਟ ਸਟੈਪ ਦੇ ਵਿੱਚ ਅਸੀਂ ਕੀ ਕਰਨਾ ਸੀ, ਐਂਪੀਅਰਸ ਲਾਅ ਦੀ ਜਿਹੜੀ ਇਕੁਏਸ਼ਨ ਹੈ ਉਸਨੂੰ ਉਸਦੀਆਂ ਦੋਨੋਂ ਸਾਈਡਸ ਸਾਡੇ ਕੋਲ ਆ ਗਈਆਂ। ਮੀਨਸ ਅਸੀਂ ਲੈਫਟ ਹੈਂਡ ਸਾਈਡ ਵੀ ਕੈਲਕੂਲੇਟ ਕਰ ਲਈ ਤੇ ਰਾਈਟ ਹੈਂਡ ਸਾਈਡ ਵੀ ਅਸੀਂ ਕੈਲਕੂਲੇਟ ਕਰ ਲਈ। ਹੁਣ ਅਸੀਂ ਕੀ ਕਰਾਂਗੇ, ਦੋਨਾਂ ਨੂੰ ਇਕੁਏਟ ਕਰਾਂਗੇ ਤੇ ਮੈਗਨੈਟਿਕ ਫੀਲਡ ਦੀ ਵੈਲਿਊ ਕੈਲਕੂਲੇਟ ਕਰਾਂਗੇ। ਸੋ ਸਾਡੇ ਕੋਲ ਕੀ ਰਿਜ਼ਲਟ ਆਇਆ ਹੈ, ਲੈਫਟ हैंड साइड की सी I enclosed, इसदी वैल्यू इक्वेशन नंबर 1 कितनी आई सी B into L ते इसदी वैल्यू कितनी आई है म्यू नॉट N L into I, दोनों नू इक्वेट कर दिता, L दे नाल L कैंसल आउट हो जाएगा। सो B किससे इक्वल आ गया म्यू नॉट N I। सो ये है एक्सप्रेशन मैग्नेटिक फील्ड इनसाइड अ सोलोनॉइड। कितना मैग्नेटिक फील्ड एक्ट कर रहा है इस सोलोनॉइड के अंदर, उसकी वैल्यू कितनी है म्यू नॉट टाइम्स एन कितना है नंबर ऑफ टर्न्स कितनियां ने सोलोनॉइड दियां ते करंट। अगर तुसी इस एक्सप्रैशन नूं ध्यान नाल देखो तो की हो रहा है कि मैग्नेटिक फील्ड है जिहड़ा सोलोनॉइड दा वो किस दे ऊपर डिपेंड कर रहा है नंबर ऑफ टर्न्स के ऊपर। जिन्नियां नंबर ऑफ टर्न्स इंक्रीज करते जावांगे मैग्नेटिक फील्ड की जिहड़ी स्ट्रेंथ है वो इंक्रीज करती जाएगी। जिन्ना करंट इंक्रीज होगा मैग्नेटिक फील्ड इंक्रीज होता जाएगा। मीनस जनरली जिहड़ा मैग्नेटिक फील्ड है इनसाइड द सोलोनॉइड वो की है नंबर ऑफ टर्न्स के ऊपर डिपेंड करता है तो उन्होंने टर्न्स के विचों कितना मैग्नेटिक फील्ड करंट कितना प्रोड्यूस फ्लो कर रहा है उसके ऊपर डिपेंड करता है। सो स्टूडेंट्स अज असी डिस्कस किया मैग्नेटिक फील्ड इनसाइड द सोलोनॉइड। ठीक है, सो तुसी की देखा कि जदों भी असी किसी भी उसदे लिए सोलोनॉइड दे लिए मैग्नेटिक फील्ड कैलकुलेट करना है तो सब तो इंपॉर्टेंट जिहड़ा पॉइंट है वो की सी एक पाथ चूज करना। अगर तुसी पाथ सपोज सर्कल चूज किया हुंदा या कोई होर शेप चूज कर दे, ठीक है, तो की हुंदा ये इंटीग्रल सॉल्व करना इन्ना ईजी नहीं सी। ठीक है, सो एम्पेयर्स लॉ नू यूजफुल बनाने दे लई एम्पेयर्स लॉ नू यूजफुल बनाने दे लई की करना पएगा, तुहानू क्लोज्ड पाथ किहड़ा चूज करना है उसकी नॉलेज मस्ट है। ठीक है, अगर तुहानू प्रॉपर क्लोज्ड पाथ मिल गया दैन एम्पेयर्स लॉ नू यूज़ करना बहुत ईजी हो जाएगा और थोड़ा कैलकुलेशन पार्ट है जिहड़ा वो बहुत लेबर है जिहड़ी उसकी वो रिड्यूस हो जाएगी। क्लियर। सो ये सी कॉन्सैप्ट सोलोनॉइड का। सोलोनॉइड की हुंदी है, क्यों असीं इसनूं स्टडी करते हाँ, मैग्नेटिक फील्ड इनसाइड द सोलोनॉइड यूनीफॉर्म क्यों हुंदा है, आउटसाइड जीरो क्यों हुंदा है वो भी पता लग गया तुहानूं। ते सोलोनॉइड नूं दे अंदर जिहड़ा मैग्नेटिक फील्ड है वो कितना हुंदा है म्यू नॉट एन आई। ते यह जिहड़ी टर्म है इक्वेशन है बहुत यूजफुल है ते न्यूमेरिकल्स दे विच बहुत हेल्प करेगी तुहानूं कैलकुलेशन दे विच। इंपॉर्टेंट टॉपिक है तो इसनूं बड़े ध्यान नाल तुसीं स्टडी करना है। क्लीयर। हुण नैक्सट असीं स्टार्ट करांगे अपना टॉपिक सोलोनॉइड दे नाल काफ़ी मिलदी जुलदी टर्म है टॉरॉइड। ठीक है, तो सोलोनॉइड ते टॉरॉइड दे विच की डिफरेंस है वो देखना है। ठीक है, टॉरॉइड नूं पढ़न तो पहला असीं देखी सोलोनॉइड। सोलोनॉइड की सी सिंपल की सी सोलोनॉइड एक वायर लै ली, वायर नूं इस तरह सर्कुलर लूप दे विच बनाया। ठीक है, तो उसके अंदर करंट फ्लो करवाता। मीनस एक फाइनाइट लेंथ सी सोलोनॉइड एक सोलोनॉइड का स्टार्टिंग पॉइंट सी, एक सोलोनॉइड का एंड पॉइंट सी। ठीक है, हुण की करो दोनों एंड्स नू ज्वाइन कर दो सोलोनॉइड में। क्लियर।
ਕੀ ਹੋਏਗਾ ਜਦੋਂ ਤੁਸੀਂ ਦੋਨੋਂ ਐਂਡਸ ਨੂੰ ਜੁਆਇਨ ਕਰਤਾ ਤਾਂ ਕੀ ਬਣ ਜਾਏਗਾ, ਇੱਕ ਲੂਪ ਬਣ ਜਾਏਗਾ। ਠੀਕ ਹੈ, ਹੁਣ ਇਹ ਤਾਂ ਇੱਕ ਸਿੰਪਲ ਲੂਪ ਹੈ। ਸੋਲੋਨੋਇਡ ਦੇ ਕੇਸ ਦੇ ਵਿੱਚ ਇੱਥੇ ਨੰਬਰ ਆਫ ਟਰਨਸ ਹੋਣਗੀਆਂ, ਇਸ ਤਰ੍ਹਾਂ ਦੀਆਂ ਟਰਨਸ। ਠੀਕ ਹੈ, ਤਾਂ ਕੀ ਕਰਨਾ ਹੈ, ਇਹਨਾਂ ਟਰਨਸ ਦੇ ਵਿੱਚ ਇੱਕ ਪਾਸੇ ਕਰੰਟ ਐਂਟਰ ਕਰ ਰਿਹਾ ਹੈ, ਘੁੰਮ ਰਿਹਾ ਹੈ, ਤੇ ਦੂਸਰੇ ਐਂਡ ਤੇ ਜਾ ਕੇ ਉੱਥੋਂ ਕਰੰਟ ਬਾਹਰ ਆਏਗਾ। ਠੀਕ, ਤਾਂ ਉਹ ਕੀ ਹੈ, ਟੋਰੋਇਡ ਮੀਨਸ ਐਂਡਲੈਸ ਸੋਲੋਨੋਇਡ। ਐਂਡਲੈਸ ਵਰਡ ਮੈਂ ਇੱਥੇ ਕਿਉਂ ਯੂਜ਼ ਕਰ ਰਹੀ ਹਾਂ, ਕਿਉਂਕਿ ਅਸੀਂ ਦੋ ਐਂਡਸ ਨੂੰ, ਸੋਲੋਨੋਇਡ ਦੇ ਦੋ ਐਂਡਸ ਨੂੰ ਅਸੀਂ ਜੁਆਇਨ ਕਰ ਦਿੱਤਾ। ਠੀਕ ਹੈ, ਮੀਨਸ ਜਿਹੜੀ ਸਟ੍ਰੇਟ ਲਾਈਨ ਸੀ ਉਸ ਨੂੰ ਅਸੀਂ ਸਰਕਲ ਬਣਾ ਦਿੱਤਾ, ਦੋਨੋਂ ਐਂਡਸ ਨੂੰ ਜੁਆਇਨ ਕਰਤਾ, ਐਂਟਰ ਕਰਵਾਇਆ ਕਰੰਟ। ਠੀਕ ਹੈ, ਇੱਕ ਐਂਡ ਤੋਂ ਤੇ ਦੂਸਰੇ ਐਂਡ ਤੋਂ ਜਿਹੜਾ ਕਰੰਟ ਹੈ ਉਹ ਬਾਹਰ ਨਿਕਲ ਰਿਹਾ ਹੈ। ਤਾਂ ਉਸ ਸ਼ੇਪ ਨੂੰ ਔਰ ਉਸ ਪਾਰਟ ਜੋ ਬਣ ਕੇ ਆਇਆ, ਇੱਕ ਸੋਲੋਨੋਇਡ ਨੂੰ ਜਦੋਂ ਅਸੀਂ ਕਰਵ ਕਰ ਦਿੱਤਾ, ਵਾਊਂਡ ਕਰ ਦਿੱਤਾ, ਤਾਂ ਉਹ ਕੀ ਬਣ ਕੇ ਆਇਆ ਸਾਡੇ ਕੋਲ, ਟੋਰੋਇਡ। ਸੋ ਅਗਲਾ ਟੌਪਿਕ ਹੈ ਸਾਡਾ ਡਿਸਕਸ਼ਨ ਦਾ, ਟੋਰੋਇਡ ਕੀ ਹੁੰਦਾ ਹੈ ਤੇ ਅਸੀਂ ਇਸ ਨੂੰ ਕਿਵੇਂ ਯੂਜ਼ ਕਰਦੇ ਹਾਂ, ਕਿੱਥੇ ਯੂਜ਼ ਕਰਦੇ ਹਾਂ, ਦੈਨ ਹਾਊ ਕੈਨ ਵੀ ਕੈਲਕੂਲੇਟ ਦਾ ਮੈਗਨੈਟਿਕ ਫੀਲਡ ਇਨਸਾਈਡ ਦਾ ਟੋਰੋਇਡ। ਤੇ ਦੇਖਾਂਗੇ ਜੋ ਐਕਸਪ੍ਰੈਸ਼ਨ ਸਾਡੀ ਸੋਲੋਨੋਇਡ ਦੀ ਆਈ ਹੈ ਤਾਂ ਉਸ ਦੇ ਵਿੱਚ ਕੀ ਚੇਂਜ ਆਉਂਦਾ ਹੈ, ਕੋਈ ਚੇਂਜ ਆਉਂਦਾ ਵੀ ਹੈ ਜਾਂ ਨਹੀਂ ਆਉਂਦਾ, ਉਹ ਚੈੱਕ ਕਰਾਂਗੇ। ਸੋ ਅਗਲਾ ਜਿਹੜਾ ਡਿਸਕਸ਼ਨ ਹੈ ਪਾਰਟ, ਉਹ ਕੀ ਹੈ, ਟੋਰੋਇਡ। ਸੋ ਨੈਕਸਟ ਟੌਪਿਕ ਇਜ਼ ਟੋਰੋਇਡ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਇਸ ਦੀ ਡੈਫੀਨੇਸ਼ਨ ਕੀ ਹੈ, ਫਿਰ ਇਸ ਨੂੰ ਡਰਾ ਵੀ ਕਰਾਂਗੇ ਕਿ ਟੋਰੋਇਡ ਕਿਸ ਤਰ੍ਹਾਂ ਦੀ ਹੁੰਦੀ ਹੈ। ਸੋ ਇਟ ਇਜ਼ ਅ hollow circular ring on which एक hollow circular ring है on which large number of insulated turns of a metallic metal ਦੀ ਕੋਈ ਵਾਇਰ, ਜਿਸ ਤਰ੍ਹਾਂ ਅਸੀਂ ਸੋਲੋਨੋਇਡ ਦੇ ਕੇਸ ਦੇ ਵਿੱਚ ਬਾਉਂਡ ਕੀਤੀ ਸੀ, metallic wires are closely bound ਕੀਤੇ ਹੋਏ ਨੇ। ਠੀਕ ਹੈ, ਜਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਜਿਹੜੀ ਟੋਰੋਇਡ ਹੈ ਉਹ ਕੀ ਹੈ, ਇੱਕ ਐਂਡਲੈਸ ਸੋਲੋਨੋਇਡ ਹੈ, ਕਿਉਂਕਿ ਅਸੀਂ ਕੀ ਕੀਤਾ ਹੈ, ਬੇਸਿਕਲੀ ਦੋਨੋਂ ਐਂਡਸ ਨੂੰ ਜੁਆਇਨ ਕਰ ਦਿੱਤਾ ਹੈ। ਠੀਕ ਹੈ, or we can say that it is an endless solenoid in the form of a ring. It is an endless solenoid in the form of a ring. ਇੱਕ ਰਿੰਗ ਦੀ ਫਾਰਮ ਦੇ ਵਿੱਚ ਹੈ ਜੋ ਕਿ ਸੋਲੋਨੋਇਡ ਦੇ ਦੋਨੋਂ ਐਂਡਸ ਨੂੰ ਅਸੀਂ ਜੁਆਇਨ ਕਰ ਦਿੱਤਾ ਹੈ। ਠੀਕ ਹੈ, ਸੋ ਇਹ ਸੀ ਡੈਫੀਨੇਸ਼ਨ। ਹੁਣ ਅਸੀਂ ਡਰਾ ਕਰਦੇ ਹਾਂ ਕਿ ਇਹ ਕਿਸ ਤਰ੍ਹਾਂ ਪਿਕਚਰ ਲੱਗਦੀ ਹੈ। ਇੱਕ ਹੋਲੋ, ਮੈਂ ਇੱਥੇ ਵਰਡ ਯੂਜ਼ ਕੀਤਾ ਸੀ, ਇੱਕ ਹੋਲੋ ਸਰਕੂਲਰ ਰਿੰਗ ਹੈ ਇਸ ਤਰ੍ਹਾਂ ਦੀ। ਠੀਕ ਹੈ, ਜਿਹਦੇ ਵਿੱਚ ਦੋਨੋਂ ਐਂਡਸ ਨੂੰ ਜੁਆਇਨ ਕੀਤਾ ਹੋਇਆ ਹੈ। ਠੀਕ, ਸੈਂਟਰ ਤੇ ਕੋਈ ਪੁਆਇੰਟ P ਹੈ, ਇਸ ਦੇ ਵਿੱਚ ਅਸੀਂ ਬਾਉਂਡਿੰਗ ਕੀਤੀ ਹੈ ਵਾਇਰ ਦੇ ਨਾਲ। ਵਾਇਰ ਇਸ ਤਰ੍ਹਾਂ ਵਾਉਂਡ ਕੀਤੀ ਗਈ ਹੈ। ਠੀਕ ਹੈ, ਕਰੰਟ ਐਂਟਰ ਹੋ ਰਿਹਾ ਹੈ ਲਾਈਕ ਦਿਸ। ਠੀਕ, ਤਾਂ ਇਸ ਦੀ ਬਾਉਂਡਿੰਗ ਬਣੇਗੀ ਲਾਈਕ ਇਸ ਤਰ੍ਹਾਂ, ਬਾਉਂਡਿੰਗ ਕੀਤੀ ਹੈ ਲਾਈਕ ਦਿਸ। ਇਸ ਡਾਇਰੈਕਸ਼ਨ ਦੇ ਵਿੱਚ ਜਿਹੜਾ ਕਰੰਟ ਹੈ ਉਹ ਫਲੋ ਕਰ ਰਿਹਾ ਹੈ। ਹਰ ਇੱਕ ਟਰਨ बैक तो आएगी लाइक दिस। करंट इस तरह फ्लो करता जा रहा है लाइक दिस। लाइक दिस, इस साइड पे जाके वो बाहर चला जाएगा।
ठीक। सो की हो रहा है, एक एंड दे उपरों करंट असी एंटर करवा रहे हैं, घूमते 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 जिहड़ा करंट है वो इस तरह बाहर निकल जाएगा। आई करंट एंटर करवाया, आई करंट बाहर आ गया। सो इन्हां दोनों डेफिनेशंस दे नाल इस चीज़ नूं कंसीडर करो कि एक होलो सर्कुलर रिंग है ऑन विच लार्ज नंबर ऑफ इंसुलेटेड टर्न्स ऑफ मेटैलिक वायर आर क्लोजली फाउंड। एक होलो सर्कुलर रिंग असी लई, उहदे उपर असी की कीता, वायर दी वाउंडिंग कर दी, ठीक है। तो एक ही बन जाएगी टॉरॉयड। एक सिमिलर जी लग रही है बिल्कुल जो कि असी सोलोनॉइड नूं हुणे डिस्कस कीता सी। ते फर्क की है, उस दे विच स्ट्रेट एक बाउंडिंग सी, बट इत्थे की है असी उस बाउंडिंग नूं दे एंड्स ने जिहड़े उन्हां नूं आपस दे विच ज्वाइन कर दिता, ठीक है। तो साडे कोल की बन गई, एक एंडलैस सोलोनॉइड बन गई इन द फॉर्म ऑफ अ रिंग शेप दी एंडलैस सोलोनॉइड। तो जे तुसी आई करंट एंटर करवाओगे तो इन्हां वायर्स दी जिहड़ियां टर्न्स ने, बाउंड्स ने, इन्हां दे विचों करंट फ्लो करता रहेगा ते दूसरे साइड ते आई करंट है जिहड़ा वो एग्जिट हो रहा है बाहर। क्लियर। सो ये है टॉरॉयड। हुण अगले लेक्चर दे विच असीं की डिस्कस करना है कि इस टॉरॉयड दे विच कितना मैगनैटिक फील्ड है। जिवें असीं एक सोलोनॉइड के केस दे विच मैगनैटिक फील्ड कैलकुलेट किया कि इनसाइड द सोलोनॉइड असीं कह रहे हैं कि मैगनैटिक फील्ड यूनीफॉर्म है, तो कितना मैगनैटिक फील्ड उस सोलोनॉइड के अंदर एक्ट कर रहा है उसकी एक्सप्रैशन फाइंड आउट की। उस तरह असीं डिस्कस करांगे अपने नैक्सट लैक्चर दे विच कि जिहड़ी ये टॉरॉयड है इस दे विच कितना मैगनैटिक फील्ड है जिहड़ा एक्ट कर रहा है। अगर असीं मैगनैटिक फील्ड कैलकुलेट करिए किसी पॉइंट ते जिहड़ा इत्थे लाई कर रहा है कितना होएगा, जे आउटसाइड द टॉरॉयड लाई कर रहा है तो कितना होएगा, और अगर कोई पॉइंट इस टॉरॉयड दे इनसाइड लाई कर रहा है उस केस दे विच मैगनैटिक फील्ड कितना होएगा। तीनों केसेस नूं असीं डिस्कस करांगे अपने नैक्सट लैक्चर दे विच। सो स्टूडेंट्स, अज दे लैक्चर दे विच असीं की डिस्कस किया है कि जिहड़ी सोलोनॉइड है वो किवें असीं उसनूं ड्रॉ कर सकते हैं कि जिहड़ा यूनीफॉर्म मैगनैटिक फील्ड है वो किवें उस दे विच शो किया, किन्नियां नंबर ऑफ टर्न्स ने, किवें उन्हां नूं इनक्रीज करना है, किवें उसनूं पिक्चर ड्रॉ करनी है, ते किस तरह एम्पेयर्स लॉ नूं यूज़ करके असीं कैलकुलेट करना है मैगनैटिक फील्ड। ध्यान सिर्फ दो ही चीज़ों का रखना है। पहली गल कि जिहड़े लूप है, क्लोज्ड पाथ है जिहड़ा तुसीं चूज़ करना है वो बहुत स्मार्टली चूज़ करना है ताकि जिहड़ा तुहाडा इंटीग्रल है वो ईजीली सॉल्व हो सके। दूसरा जिहड़ा सब तो इंपॉर्टेंट पॉइंट है वो है करंट एनक्लोज्ड, कि आई ई नूं तुसीं आई दे नाल कन्फ्यूज नहीं करना। जदों भी तुसीं करंट एनक्लोज्ड कैलकुलेट करना है तो बड़ी ही ध्यान दे नाल तुसीं ओपन सरफेस नूं चूज़ करना है, ठीक है। जदों तुसीं ओपन सरफेस चूज़ कर लिया उदों देखो कि कितना करंट उस दे विचों पैनीट्रेट कर रहा है, और उत्थे भी एक चीज़ का ध्यान रखना है कि साइन कन्वेंशन, जदों तुसीं करंट पॉजिटिव डायरैक्शन च लेना है या नैगेटिव डायरैक्शन च लेना है उसनूं बड़ा ध्यान नाल यूज़ करना है। दैन ऐड द करंट एंड यूज़ आई एनक्लोज्ड, कैलकुलेट आई एनक्लोज्ड, ठीक। फिर असीं इक्वेट किया दोनों टर्म्स नूं ते कैलकुलेट किया मैगनैटिक फील्ड, ठीक है। अगले लैक्चर दे विच हुण मिलांगे ते डिस्कस करांगे मैगनैटिक फील्ड ड्यू टू अ टॉरॉयड। अज दे लई इन्ना ही। थैंक यू सो मच।